ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲकांड ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ, ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ the court has sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ, ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਨ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ। ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ, ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ, ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ, ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ। ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ, ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ, ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਦੋਸਤ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉੱਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇੱਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ, ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇੱਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ, ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇੱਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ, ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟੌਰਚਰ ਕੀਤਾ ਹੋਵੇ ਜਾਂ ਮੈਂਟਲ ਟੌਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇੱਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ, ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ, ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ।
ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨ-ਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ, ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੋਰਡ, ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ ਬੀਜੇਪੀ ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਸੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ, ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਹੈ, ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ITO ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ। ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਆ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ CCTV ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ। ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚੋਂ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।